कि सानू ऐ लगता कि कानून ये खेतीबाड़ी दे ही अगेंस्ट है और समुची मानता ਦੇ ਬਰਾਬਰ ਹੈ। पर ਜਦੋਂ ਅਸੀਂ खेती ਨੂੰ ਉਦਯੋਗ ਸਮਝ ਲਿਆ, ਉਦਯੋਗ ਜਦੋਂ ਘਾਟੇ ਚਲਾ ਜਾਂਦਾ ਅਸੀਂ ਉਹਨੂੰ ਬੰਦ ਕਰ ਸਕਦੇ ਹਾਂ। पर जे ਅਸੀਂ ਜੇ ਜੀਵਨ ਰੇਖਾ ਸਮਝਦੇ ਅਸੀਂ ਉਹਨੂੰ ਬੰਦ ਨਹੀਂ ਕਰ ਸਕਦੇ, ਕੋਈ ਖਾਦੇ ਤੋਂ ਬਿਨਾਂ ਨਹੀਂ ਚੱਲ ਸਕਦਾ। ਕਿ ਅਸਲ खेती ਨੂੰ ਇੱਕ ਉਪਜਾਊ ਇੱਕ ਉਦਯੋਗਿਕ ਵੱਲ ਧੱਕਿਆ ਜਾ ਰਿਹਾ, ਬਾਜ਼ਾਰ ਕਰਨ ਵੱਲ ਧੱਕਿਆ ਜਾ ਰਿਹਾ। ਬਾਜ਼ਾਰ ਦਾ ਮਤਲਬ ਹੈਗਾ ਕਿ ਇਹ ਕਿਸਾਨਾਂ ਨੂੰ ਉੱਥੋਂ ਆਊਟ ਕਰ ਦੇਣਾ। ਜਿਹੜੇ ਕਾਰਪੋਰੇਟ ਘਰਾਣੇ ਲਿਆ ਰਹੇ ਆ ਉਹ ਸਾਡੇ ਤੋਂ ਬੀਜ ਵੀ ਖੋਹ ਲੈਣਗੇ, ਪਲੱਸ ਉਹ ਸਾਡੇ ਤੋਂ खेती ਵੀ ਲੈ ਜਾਣਗੇ। ਜਦੋਂ ਸਟੋਰ ਹੋਣਾ ਸ਼ੁਰੂ ਹੋ ਗਿਆ ਉਸ ਸਮੇਂ ਉਹਨਾਂ ਲੋਕਾਂ ਤੋਂ ਇਹ ਭੋਜਨ ਦੂਰ ਹੋ ਜਾਊਗਾ। ਇਸ ਕਰਕੇ ਇਹਦਾ ਵਿਰੋਧ ਕੀਤਾ ਜਾ ਰਿਹਾ ਔਰ ਇਹ ਬਣਦਾ ਕਿ ਸਾਰਾ ਸਮਾਜ ਇਹਦਾ ਵਿਰੋਧ ਕਰੇ। ਇਕੱਲੇ ਕਿਸਾਨ ਨਹੀਂ, ਸਾਰੇ ਸਮਾਜ ਦੀ ਐਂਟੀ ਹੈ। ਜਿਹੜਾ ਕਾਨੂੰਨ ਸੈਕਟਰ 'ਚ ਬਣ ਜਾਂਦਾ ਉਹ ਸਟੇਟ ਵਾਲੇ ਉਹਨੂੰ ਰੱਦ ਨਹੀਂ ਕਰ ਸਕਦੇ ਔਰ ਇਹ ਸਿਰਫ ਦਿਖਾਵਾ ਹੈਗੇ ਆ। ਉਹ ਸਾਰਿਆਂ ਦੀ ਅੱਖ ਪੰਜਾਬ ਦੇ ਉੱਤੇ ਹੁਣ ਖਾਸ ਕਰਕੇ ਹਿੰਦੁਸਤਾਨ ਦੇ ਉੱਤੇ ਹੈਗੀ ਆ। 750 ਕਰੋੜ ਦਾ ਬੰਦਾ, ਉਹਨੂੰ ਕਿਵੇਂ ਮਾਰਿਆ ਜਾਵੇ, ਧਰਤੀ ਤੋਂ ਕਿਵੇਂ ਅਲੋਪ ਕੀਤਾ ਜਾਵੇ, ਉਹ ਇਹਨਾਂ ਦੀ ਲਾਈਨ ਹੈ। ਪਰ ਉਹ ਲਾਈਨ ਆਖਰਕਾਰ ਇਹਨਾਂ ਦੀ ਵੀ ਐਂਟੀ ਜਾਊਗੀ। ਪਰ ਕਿਉਂਕਿ ਸਰਕਾਰਾਂ ਦਾ ਇੱਕੋ ਹੀ ਆ ਕਿ ਇਹਨਾਂ 'ਤੇ ਕਬਜ਼ਾ ਕਰਕੇ ਕੁਛ ਘਰਾਣਿਆਂ ਨੂੰ ਪ੍ਰੋਫਿਟ ਦੇਣਾ। ਨਿਰਪੱਖ ਪੋਸਟ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੇਰੇ ਵੱਲੋਂ ਜਿਹੜੀ ਸੁਖਦੀਪ ਸਿੰਘ ਗਿੱਲ ਵੱਲੋਂ ਪਿਆਰ ਭਰੀ ਤੇ ਨਿੱਘੀ ਸਤਿ ਸ਼੍ਰੀ ਅਕਾਲ। ਅੱਜ ਇੱਕ ਅਹਿਮ ਵਿਸ਼ਾ ਜੋ ਕਿ ਸਾਡਾ ਕਿਸਾਨੀ ਦਾ, ਕਿਉਂਕਿ ਪੂਰੇ ਵਰਲਡ ਦੇ ਵਿੱਚ ਕਿਸਾਨੀ ਜਿਹੜੇ 3 ਆਰਡੀਨੈਂਸ ਬਿੱਲ ਆਏ ਨੇ ਉਹਦੇ ਵਿੱਚ ਇੱਕ ਅਲੱਗ-ਅਲੱਗ ਲੋਕਾਂ ਵੱਲੋਂ ਅਲੱਗ-ਅਲੱਗ, ਕੋਈ ਇਹਨੂੰ ਸਹੀ ਦੱਸ ਰਿਹਾ ਤੇ ਕੋਈ ਇਹਨੂੰ ਗਲਤ ਦੱਸ ਰਿਹਾ। ਤੇ ਇਹ ਸਾਰਾ ਵਰਤਾਰਾ ਜਿਹੜਾ ਕਿਸਾਨ ਪੱਖੀ ਦੱਸ ਰਹੇ ਨੇ, ਕੋਈ ਕਿਸਾਨਾਂ ਦੇ ਉਲਟ ਦੱਸ ਰਹੇ ਨੇ। ਉਹਦਾ ਕਾਰਨ ਇਹੀ ਹੈ ਵੀ ਇਹ ਕਈਆਂ ਦੇ ਵਿੱਚ ਇਹਨਾਂ ਦੇ ਵਿੱਚ ਨਾ ਕੋਈ ਭੱਬਲ ਭੂਸਾ ਪਿਆ ਹੋਇਆ ਵੀ ਕਈ ਲੋਕਾਂ ਨੂੰ ਸਮਝਣ ਦੇ ਵਿੱਚ ਪ੍ਰੋਬਲਮ ਆ ਰਹੀ ਹੈ। ਤੇ ਉਹਦੇ ਦੌਰਾਨ ਹੀ ਪਿਛਲੇ ਸਮੇਂ ਦੌਰਾਨ ਪੰਜਾਬ ਸਰਕਾਰ ਨੇ, ਜੋ ਮੌਜੂਦਾ ਸਰਕਾਰ ਹੈ, ਉਸਨੇ ਵੀ ਇਸ ਦੇ ਉਲਟ ਇੱਕ ਬਿੱਲ ਜਾਰੀ ਕੀਤਾ। ਅੱਜ ਇਹ ਸਾਰੇ ਵਰਤਾਰੇ ਨੂੰ ਅਸੀਂ ਬਹੁਤ ਹੀ, ਸਾਡੇ ਵਿੱਚ ਨਾਮੀ ਸ਼ਖਸੀਅਤ ਡਾਕਟਰ ਨਰਿੰਦਰਜੀਤ ਸਿੰਘ ਸੋਢੀ ਜੋ ਕੇਂਦਰਿਤ ਮਾਨਵ ਲੋਕ ਲਹਿਰ ਦਾ ਇੱਕ ਹਿੱਸਾ ਨੇ। ਇਹ ਲਹਿਰ ਇੰਟਰਨੈਸ਼ਨਲ ਲਹਿਰ ਹੈ ਕਿਉਂਕਿ ਇਹ ਇੱਕ ਬਹੁਤ ਵੱਡੇ ਪੱਧਰ 'ਤੇ ਕੰਮ ਕਰਦੀ ਹੈ। ਕਿਉਂਕਿ ਇਹ ਬਹੁਤ ਵਿਸ਼ੇ, ਸਾਡਾ ਪਾਣੀ ਹੋ ਗਿਆ, ਸਾਡੇ ਜੋ ਕੁਦਰਤ ਦੇ ਨਾਲ ਜੁੜੀਆਂ ਚੀਜ਼ਾਂ ਨੇ ਉਹਦੇ 'ਤੇ ਕੰਮ ਕਰਦੀ ਹੈ। ਅਤੇ ਕਿਸਾਨੀ ਦੇ ਤੌਰ 'ਤੇ ਵੀ ਇੱਕ ਬਹੁਤ, ਇਹਨਾਂ ਨੇ ਹੁਣ ਜਿਹੜੀ ਇਹਨਾਂ ਦੀ ਸਾਰੀ ਲਹਿਰ ਆ ਉਹਨੂੰ ਇੱਕ ਬਹੁਤ ਬਰੀਕੀ ਦੇ ਨਾਲ ਲੋਕਾਂ ਨੂੰ ਸਮਝਾਉਣ ਦੇ ਵਿੱਚ ਬਹੁਤ ਕਿਸੇ ਹੱਦ ਤੱਕ ਯਤਨਸ਼ੀਲ ਹੋਏ ਨੇ। ਅੱਜ ਗੱਲਬਾਤ ਕਰਦੇ ਹਾਂ ਡਾਕਟਰ ਸਾਹਿਬ। ਸਵਾਗਤ ਹੈ ਡਾਕਟਰ ਸਾਹਿਬ। ਸਵਾਗਤ ਹੈ ਜੀ। ਅਤੇ ਡਾਕਟਰ ਸਾਹਿਬ, ਇੱਕ ਮੈਂ ਤੁਹਾਨੂੰ ਮੇਨ ਜਿਹੜਾ ਸਾਡਾ ਪਹਿਲਾ ਪ੍ਰਸ਼ਨ ਆ, ਲੋਕਾਂ ਵੱਲੋਂ ਜੋ ਇਹ ਬਣਾਇਆ ਅੱਜ, ਇਹ ਸਿਰਫ ਲੋਕਾਂ ਨੂੰ ਅੱਜ ਇਸ ਇੰਟਰਵਿਊ ਰਾਹੀਂ ਆਪਾਂ ਦੱਸਣਾ ਚਾਹਾਂਗੇ ਵੀ ਇਹ ਬਿੱਲ ਹੈ ਕੀ ਨੇ। ਮੇਰਾ ਪਹਿਲਾ ਕੁਐਸਚਨ ਤੁਹਾਨੂੰ ਇਹੀ ਹੈ ਵੀ ਜਿਹੜਾ ਇਹ ਲੋਕ ਇਸ ਦਾ ਵਿਰੋਧ ਕਰ ਰਹੇ ਨੇ ਉਹ ਕਿਉਂ ਕਰ ਰਹੇ ਨੇ? ਇਹਨੂੰ ਸਮਝਣ ਵਾਸਤੇ ਪਹਿਲਾਂ ਆਪਾਂ ਨੂੰ ਖੇਤੀਬਾੜੀ ਬਾਰੇ ਸਮਝਣਾ ਜ਼ਰੂਰੀ ਹੈ ਜੀ। ਵੀ ਖੇਤੀਬਾੜੀ ਕੀ ਸਾਡਾ ਜੀਵਨ ਰੇਖਾ ਜੀ ਜਾਂ ਇਹ ਇੱਕ ਧੰਦਾ ਉਦਯੋਗ ਹੈ ਇੱਕ। ਜੀ। ਜਦੋਂ ਅਸੀਂ ਇਹਨੂੰ ਕੁਦਰਤੀ ਇਹ ਦੇਖਾਂਗੇ ਸਾਡੀ ਜੀਵਨ ਰੇਖਾ, ਜੀ, ਫਿਰ ਉਸ ਸਮੇਂ ਅਸੀਂ ਇਹਨਾਂ ਉਸ ਸੰਘਰਸ਼ 'ਚ ਦੇਖਾਂਗੇ ਤਿੰਨਾਂ ਕਾਨੂੰਨਾਂ ਨੂੰ ਕਿ ਸਾਨੂੰ ਐਂ ਲੱਗਦਾ ਕਿ ਕਾਨੂੰਨ ਇਹ ਖੇਤੀਬਾੜੀ ਦੇ ਹੀ ਅਗੇਂਸਟ ਹੈ ਔਰ ਸਮੁੱਚੀ ਮਾਨਤਾ ਦੇ ਬਰਖਲਾਫ ਹੈ। ਜਦੋਂ ਅਸੀਂ ਜੇ ਉਦਯੋਗ ਦੇ ਤੌਰ 'ਤੇ ਦੇਖਾਂਗੇ ਫਿਰ ਇਹਦਾ ਰਿਜ਼ਲਟ ਕੁਝ ਹੋਰ ਹੋ ਜਾਊਗਾ। ਇਸ ਕਰਕੇ ਅਸੀਂ ਇਹਨੂੰ ਅੱਜ ਤਿੰਨਾਂ ਕਾਨੂੰਨਾਂ ਜੋ ਟਰਨ ਬਾਈ ਟਰਨ ਦੇਖਾਂਗੇ। ਪਹਿਲਾ ਜਿਹੜਾ ਕਾਨੂੰਨ ਹੈ ਕਿਸਾਨ ਉਪਜ ਵਪਾਰ ਤੇ ਖਿੜਜ, ਜਦੋਂ ਇਸ ਨੂੰ ਲੱਗਦਾ ਬੜਾ ਸੋਹਣਾ ਹੈ, ਪਰ ਜਦੋਂ ਅਸੀਂ ਖੇਤੀ ਨੂੰ ਉਦਯੋਗ ਸਮਝ ਲਿਆ, ਉਦਯੋਗ ਜਦੋਂ ਘਾਟੇ ਚਲਾ ਜਾਂਦਾ ਅਸੀਂ ਉਹਨੂੰ ਬੰਦ ਕਰ ਸਕਦੇ ਹਾਂ। ਪਰ ਜੇ ਅਸੀਂ ਜੇ ਜੀਵਨ ਰੇਖਾ ਸਮਝਦੇ ਅਸੀਂ ਉਹਨੂੰ ਬੰਦ ਨਹੀਂ ਕਰ ਸਕਦੇ, ਕੋਈ ਖਾਦੇ ਤੋਂ ਬਿਨਾਂ ਨਹੀਂ ਚੱਲ ਸਕਦਾ। ਇਸ ਕਰਕੇ ਇਹ ਜਿਹੜੇ ਕਾਨੂੰਨ ਆ ਉਹ ਕਾਨੂੰਨ ਅੱਜ ਇਸ ਕਰਕੇ ਵਿਰੋਧ ਕੀਤਾ ਜਾ ਰਿਹਾ ਕਿ ਅਸਲ ਖੇਤੀ ਨੂੰ ਇੱਕ ਉਪਜਾਊ ਇੱਕ ਉਦਯੋਗਿਕ ਵੱਲ ਧੱਕਿਆ ਜਾ ਰਿਹਾ, ਬਾਜ਼ਾਰ ਕਰਨ ਵੱਲ ਧੱਕਿਆ ਜਾ ਰਿਹਾ। ਬਾਜ਼ਾਰ ਦਾ ਮਤਲਬ ਹੈਗਾ ਕਿ ਇਹ ਕਿਸਾਨਾਂ ਨੂੰ ਉੱਥੋਂ ਆਊਟ ਕਰ ਦੇਣਾ ਅਤੇ ਉਹ ਘਰਾਣੇ ਜਿਹੜੇ ਬਿਜ਼ਨਸ ਕਰਦੇ ਆ ਉਹਨਾਂ ਨੂੰ ਉੱਥੇ ਲੈ ਆਉਣਾ। ਇਸ ਕਰਕੇ ਦਾ ਇੱਕ ਤਾਂ ਵਿਰੋਧ ਕੀਤਾ ਜਾ ਰਿਹਾ। ਸੈਕੰਡਲੀ ਜਿਹੜਾ ਕਾਨੂੰਨ ਹੈਗਾ ਸੇਵਾਵਾਂ ਦਾ ਕਾਨੂੰਨ, ਜਿਹੜਾ ਕੰਟਰੈਕਟ ਬੇਸਿਸ ਜਿਹਨੂੰ ਕਿਹਾ ਜਾਂਦਾ, ਜਦੋਂ ਕੰਟਰੈਕਟ ਕੀਤਾ ਜਾਂਦਾ ਇੱਕ ਤਾਂ ਕਿਸਾਨਾਂ ਨੂੰ ਤਾਂ ਜਿਹੜਾ ਘਾਟਾ ਹੈਗਾ ਕਿਉਂਕਿ ਖੇਤੀਬਾੜੀ ਆਊਗੀ, ਨਵੀਆਂ ਖੇਤੀਆਂ ਆਉਣਗੀਆਂ ਔਰ ਉਹ ਨਵੀਂ ਖੇਤੀ ਜਿਹੜੀ ਆ ਕਿ ਉਹ ਮਾਨਵਤਾ ਦੇ ਲਈ ਹੈ, ਜੀਵ ਜੰਤੂ ਮਨੁੱਖਤਾ ਲਈ ਹੈ, ਉਹ ਦੱਸਿਆ ਨਹੀਂ ਜਾ ਰਿਹਾ ਪ੍ਰੋਪਰ। ਉਹ ਜਦੋਂ ਅਸੀਂ ਜੈਨੇਟਿਕਲ ਮੋਡੀਫਾਈਡ ਦੇ ਬੀਜ ਲੈ ਕੇ ਆਵਾਂਗੇ ਜਿਹੜੇ ਬਹੁਤ ਹੀ ਹਾਨੀਕਾਰਕ ਹੈ, ਜਿਨ੍ਹਾਂ ਨੂੰ ਸਰਕਾਰ ਦੇਣ ਜਾ ਰਹੀ ਹੈ, ਜਿਹੜੇ ਕਾਰਪੋਰੇਟ ਘਰਾਣੇ ਲਿਆ ਰਹੇ ਆ ਉਹ ਸਾਡੇ ਤੋਂ ਬੀਜ ਵੀ ਖੋਹ ਲੈਣਗੇ, ਪਲੱਸ ਉਹ ਸਾਡੇ ਤੋਂ खेती ਵੀ ਲੈ ਜਾਣਗੇ ਔਰ खेती ਜਿਹੜੀ ਦੇਣਗੇ ਉਹ ਸਾਨੂੰ ਉਹ ਬੜੀ ਹਾਨੀਕਾਰਕ ਕਿਉਂਕਿ ਸਿਹਤ ਲਈ, ਕਿਉਂਕਿ ਜਿਹੜਾ ਜੋ ਜੀਨ ਸਾਡੇ ਅੰਦਰ ਜਾਊਗਾ ਉਹ ਨਵੀਆਂ ਬਿਮਾਰੀਆਂ, ਸਾਡਾ ਇਹ ਤਾਂ ਕਹਿੰਦੇ ਕਿ DNA ਹੀ ਚੇਂਜ ਹੋ ਜਾਊਗਾ। ਜੇ DNA ਚੇਂਜ ਹੋ ਗਿਆ ਸ਼ਾਇਦ ਮਨੁੱਖਤਾ ਦੀ ਇੱਥੋਂ ਹੋਂਦ ਨਾ ਰਹੇ। ਤੀਸਰਾ ਜਿਹੜਾ ਬਿੱਲ ਹੈਗਾ ਜਿਹੜਾ ਸੋ ਜ਼ਰੂਰੀ ਸੇਵਾਵਾਂ ਦਾ ਬਿੱਲ ਹੈ, ਕਿਉਂਕਿ ਜ਼ਰੂਰੀ ਸੇਵਾਵਾਂ ਜਦੋਂ ਗੌਰਮੈਂਟ ਆਉਂਦੀਆਂ, ਕਿਉਂਕਿ ਜਦੋਂ ਇੱਥੇ ਦੋ ਤਰ੍ਹਾਂ ਦੇ ਲੋਕ ਰਹਿੰਦੇ ਆ, ਇੱਕ ਤਾਂ ਬਹੁਤ ਤਕੜੇ ਆ
ਇੱਕ ਜਿਹੜੇ ਉਦੋਂ ਥੱਲੇ ਆ ਜਿਹੜੇ ਆਮ ਲੋਕ ਖਾਣਾ ਨਹੀਂ ਖਾ ਸਕਦੇ, ਜਿਨ੍ਹਾਂ ਨੂੰ ਪੌਸ਼ਟਿਕ ਵੀ ਨਹੀਂ ਮਿਲਦਾ ਉਹ ਪ੍ਰੋਪਰ, ਉਹਨਾਂ ਲਈ ਜਦੋਂ ਅਸੀਂ ਜ਼ਰੂਰ ਕਰਤਾ ਜਦੋਂ ਸਟੋਰਿੰਗ ਕਰ ਉਹਨਾਂ ਨੂੰ ਕੁਛ ਐਸੈਂਸ਼ੀਅਲ ਸਰਵਿਸ ਦਿੱਤੀਆਂ ਗਈਆਂ, ਕੁਛ ਜਿਵੇਂ ਤੁਹਾਡੇ ਆਲੂ ਹੈ, ਪਿਆਜ਼ ਹੈ, ਟਮਾਟਰ ਹੈ, ਕਣਕ ਹੈ, ਇਹ ਐਸੈਂਸ਼ੀਅਲ ਦੇ ਵਿੱਚ ਆ ਜਾਂਦੇ ਵੀ ਇਸ ਤੋਂ ਬਾਅਦ ਸਟੋਰ ਨਹੀਂ ਤੁਸੀਂ ਕਰ ਸਕਦੇ। ਜਦੋਂ ਸਟੋਰ ਹੋਣਾ ਸ਼ੁਰੂ ਹੋ ਗਿਆ ਉਸ ਸਮੇਂ ਉਹਨਾਂ ਲੋਕਾਂ ਤੋਂ ਇਹ ਭੋਜਨ ਦੂਰ ਹੋ ਜਾਊਗਾ। ਇਸ ਕਰਕੇ ਇਹਦਾ ਵਿਰੋਧ ਕੀਤਾ ਜਾ ਰਿਹਾ ਔਰ ਇਹ ਬਣਦਾ ਕਿ ਸਾਰਾ ਸਮਾਜ ਇਹਦਾ ਵਿਰੋਧ ਕਰੇ, ਇਕੱਲੇ ਕਿਸਾਨ ਨਹੀਂ, ਸਾਰੇ ਸਮਾਜ ਦੀ ਐਂਟੀ ਹੈ। ਇਸ ਲਈ ਉੱਥੋਂ ਇਹਨੂੰ ਜ਼ਰੂਰੀ ਹੈ ਕਿ ਇਹਦਾ ਵਿਰੋਧ ਕੀਤਾ, ਇਹ ਕਰਨਾ ਇਹਨਾਂ ਦਾ ਵਿਰੋਧ ਕਰਨਾ। ਦੂਜੀ ਜਿਵੇਂ ਪੰਜਾਬ ਸਰਕਾਰ ਨੇ ਪਿਛਲੇ ਸਮੇਂ ਦੌਰਾਨ ਤੁਸੀਂ ਦੇਖਿਆ ਵੀ ਪੰਜਾਬ ਸਰਕਾਰ ਇਹਦੇ ਉਲਟ ਬਿੱਲ ਲੈ ਕੇ ਆਈ ਹੈ ਵੀ ਜਿੰਨਾ ਸੰਸਦ ਸੀ ਜਿਹੜਾ ਉਹਨਾਂ ਨੇ ਉੱਥੇ ਇਹਦੇ ਉਲਟ ਲਿਆ ਵੀ ਇਹਨੂੰ ਬਿਲਕੁਲ ਸਿਰੇ ਤੋਂ ਨਕਾਰ ਕੇ ਉਹਨਾਂ ਨੇ ਇਹਦਾ ਬਿਲਕੁਲ 3 ਇਹਨਾਂ ਦੇ ਉਲਟ ਜਿਹੜੇ ਬਿੱਲ ਨੇ ਉਹ ਲੈ ਕੇ ਆਉਂਦੇ ਨੇ। ਉਹਨੂੰ ਤੁਸੀਂ ਕਿਵੇਂ ਦੇਖਦੇ ਹੋ ਜਿਹੜੀ ਪੰਜਾਬ ਸਰਕਾਰ ਦੀ ਕਾਰਜਗੁਜ਼ਾਰੀ ਹੈ? ਦੇਖੋ ਜਿਹੜੇ ਪੰਜਾਬ ਸਰਕਾਰ ਲੈ ਕੇ ਆਈ ਆ, ਪੰਜਾਬ ਸਰਕਾਰ ਪਹਿਲੀ ਤਾਂ ਉਹਦੇ ਬਿਲਕੁਲ ਐਂਟੀ ਨਹੀਂ ਹੈ ਜੀ। ਜਿਹੜਾ ਇਹਨਾਂ ਨੇ ਬਿੱਲ ਪਹਿਲਾਂ ਪਾਸ ਕੀਤੇ ਆ 2005 ਦੇ ਵਿੱਚ ਕੈਪਟਨ ਸਾਹਿਬ ਨੇ ਆਪ ਕੀਤਾ ਸੀ, 13 ਦੇ ਵਿੱਚ ਬਾਦਲ ਸਾਹਿਬ ਨੇ ਕੀਤਾ ਸੀ ਔਰ 17 'ਚ ਫਿਰ ਇਹਨਾਂ ਨੇ ਸੋਧ ਕੀਤੀ ਸੀ, ਉਹਨਾਂ ਨੂੰ ਰੱਦ ਨਹੀਂ ਕੀਤਾ ਗਿਆ। ਪਹਿਲਾਂ ਤਾਂ ਇਹ ਹੈਗਾ ਕਿ ਰੱਦ ਨਹੀਂ ਕੀਤਾ ਗਿਆ। ਤੀਸਰਾ ਕਿ ਇਹ ਜਿਹੜਾ ਕਾਨੂੰਨ ਸੈਂਟਰ 'ਚ ਬਣ ਜਾਂਦਾ ਉਹ ਸਟੇਟ ਵਾਲੇ ਉਹਨੂੰ ਰੱਦ ਨਹੀਂ ਕਰ ਸਕਦੇ ਔਰ ਇਹ ਸਿਰਫ ਦਿਖਾਵਾ, ਉੱਥੇ ਜਾਊਗਾ ਰਾਜਪਾਲ ਕੋਲ, ਰਾਜਪਾਲ ਤੋਂ ਗਾ ਰਾਸ਼ਟਰਪਤੀ ਕੋਲ ਜਾਊਗਾ, ਰਾਸ਼ਟਰਪਤੀ ਜਿਹੜਾ ਉਹਨੂੰ ਸੁਪਰੀਮ ਕੋਰਟ ਭੇਜੂਗਾ, ਉੱਥੇ ਸਲਾਹ ਕਰਦੇ ਇਹ ਕਈ ਸਾਲ ਲੰਘ ਜਾਣਗੇ। ਉਸ ਸਮੇਂ ਜਿਹੜਾ ਕਿਸਾਨੀ ਦਾ ਤਾਂ ਕਾਨੂੰਨ ਹੋ ਜਾਊਗਾ, ਉਸ ਸਮੇਂ ਬਿੱਲ ਦਾ ਕੋਈ ਮਤਲਬ ਨਹੀਂ ਬਣਦਾ। ਇਸ ਕਰਕੇ ਇਹ ਕੋਈ ਬਿੱਲ ਦਾ ਮੀਨਿੰਗ ਨਹੀਂ ਹੁੰਦਾ, ਮੀਨਿੰਗਲੈਸ ਗੱਲ ਹੈ। ਮੈਂ ਉਹੀ ਤੁਹਾਨੂੰ ਇੱਕ ਇਹਦੇ ਨਾਲ ਹੀ ਕੁਐਸਚਨ ਮਿਲਦਾ ਜੁਲਦਾ ਮੈਂ ਤੁਹਾਨੂੰ ਪੁੱਛਿਆ ਵੀ ਜਿਹੜਾ ਹੁਣ ਹਰੇਕ ਹੀ ਕਿਸਾਨ ਹਿਤੈਸ਼ੀ ਬਣਿਆ ਹੋਇਆ ਪੰਜਾਬ ਦੇ ਵਿੱਚ, ਕਿਉਂਕਿ ਕਿਸਾਨ ਦਾ ਜੋ ਸਾਡਾ ਪੂਰੇ ਵਰਲਡ ਨੂੰ ਕਿਸਾਨ ਆਪਣੀ ਉਪਜ ਪੈਦਾ ਕਰਕੇ ਦਿੰਦਾ, ਅਤੇ ਅੱਜ ਦੇ ਸਮੇਂ ਦੇ ਵਿੱਚ ਜਿਹੜਾ ਮੇਨ ਘਾਣ ਹੋ ਰਿਹਾ ਉਹ ਕਿਸਾਨੀ ਦਾ ਹੋ ਰਿਹਾ, ਅਤੇ ਸਾਰੇ ਵਰਗ ਜਿਹੜੀ ਸਾਡੀ ਰਾਜਸੀ ਪਾਰਟੀਆਂ ਕੋਈ ਵੀ ਵਰਗ ਕਹਿੰਦਾ ਮੈਂ ਕਿਸਾਨੀ ਨਾ ਖੜਾ। ਇਹਨੂੰ ਤੁਸੀਂ ਕਿਵੇਂ ਦੇਖਦੇ ਵੀ ਕਿਸਾਨੀ ਦੇ ਵਾਕਈ ਬਿਲਕੁਲ ਖੜੇ ਨੇ ਕਿ ਜਾਂ ਉਹ ਕੁਝ ਹੋਰ ਉਹਦੇ 'ਚੋਂ ਲੈਣਾ ਚਾਹੁੰਦੇ ਨੇ? ਦੇਖੋ ਕਿਸਾਨੀ ਜਿਹੜੀ ਖੇਤੀਬਾੜੀ ਆ ਇਹ ਬੜਾ ਹੀ ਵਧੀਆ ਧੰਦਾ, ਜਿਹਨੂੰ ਅਸੀਂ ਜੇ ਕਹੀਏ ਕਿ ਘਾਟੇ ਦਾ ਧੰਦਾ ਨਹੀਂ, ਇਹ ਪ੍ਰੋਫਿਟ ਦਾ ਧੰਦਾ। ਉਹ ਸਾਰੇ ਜਿਹੜੇ ਕਾਰਪੋਰੇਟ ਦੁਨੀਆ ਦੇ ਹੈਗੇ ਆ ਉਹ ਸਾਰਿਆਂ ਦੀ ਅੱਖ ਪੰਜਾਬ ਦੇ ਉੱਤੇ ਹੁਣ ਖਾਸ ਕਰਕੇ ਹਿੰਦੁਸਤਾਨ ਦੇ ਉੱਤੇ ਹੈਗੀ ਆ ਔਰ ਉਹ ਜਿਹੜੇ ਪਹਿਲਾਂ ਤਾਂ ਉਹਨਾਂ ਨੇ ਅਮਰੀਕਾ ਵਿੱਚੋਂ ਕਿਸਾਨਾਂ ਨੂੰ ਆਊਟ ਕੀਤਾ ਔਰ ਉੱਥੇ ਵੱਡੇ ਵੱਡੇ ਖੇਤ ਬਣਾਏ, ਜਿਨ੍ਹਾਂ 'ਚ ਭਾਵੇਂ ਅੱਜ ਉਹਨਾਂ ਦਾ ਜਿਹੜਾ ਸਾਰਾ ਨਕਸ਼ਾ ਇੱਥੇ ਲਿਆ ਰਹੀ ਉਹ, ਪਰ ਉੱਥੇ ਵੀ ਕਾਮਯਾਬ ਨਹੀਂ ਹੈ। ਉੱਥੇ ਵੀ ਕਿਸਾਨੀ ਅੱਜ ਵੀ ਸੁਸਾਈਡ ਵੀ ਕਰ ਰਹੀ ਹੈ ਔਰ ਉੱਥੋਂ ਵੀ ਕਿਸਾਨ ਨੂੰ ਆਊਟ ਕੀਤਾ ਹੋ ਰਿਹਾ ਵੀ ਕਿਸਾਨੀ ਦਾ ਧੰਦਾ ਯਾਰ ਮਾੜਾ ਧੰਦਾ, ਚੰਗਾ ਧੰਦਾ ਨਹੀਂ। ਇਸੇ ਤਰ੍ਹਾਂ ਇਸ ਨੂੰ ਨਿੰਦਿਆ ਜਾ ਰਿਹਾ। ਇਹ ਪੁਰਾਣੇ ਜ਼ਮਾਨੇ ਦੇ ਉੱਤੋਂ ਸ਼ੁਰੂ ਕੀਤਾ ਗਿਆ ਸੀ ਔਰ ਅੱਜ ਜਿਵੇਂ ਕਿਸਾਨ ਤੋਂ ਜ਼ਮੀਨ ਲੈਣੀ, ਬੈਂਕਾਂ ਨੂੰ ਦੇ ਦੇਣਾ ਵੀ ਤੁਸੀਂ ਜਿੰਨਾ ਮਰਜ਼ੀ ਲੋਨ ਦੇ ਦਿਓ, ਉਹਨੂੰ ਇਹਨਾਂ ਲੋਨ ਨੂੰ ਸੌਖਾ ਕਰ ਦੇਣਾ ਤਾਂ ਕਿ ਕਿਸਾਨ ਲਵੇ ਔਰ ਉਹ ਉਸ ਤੋਂ ਕਿਸਾਨ ਜੋ ਲੈ ਲੂਗਾ, ਹੁਣ ਕਿਸਾਨ ਵਾਪਸ ਕਰਨ ਦੀ ਕੰਡੀਸ਼ਨ 'ਚ ਨਹੀਂ ਰਹੂਗਾ। ਉਸ ਸਮੇਂ ਜਿਹੜੀਆਂ ਕੰਪਨੀਆਂ ਉਹ ਸੌਖੇ ਢੰਗ ਨਾਲ ਇਹਨੂੰ ਜ਼ਮੀਨ ਨੂੰ ਹੜੱਪ ਲੈਣਗੀਆਂ। ਇਸ ਕਰਕੇ ਇਹ ਜਿਹੜਾ ਹੈਗਾ ਕਿ ਖੇਤੀ 'ਚੋਂ ਕਿਸਾਨ ਨੂੰ ਕੱਢਿਆ ਜਾ ਰਿਹਾ ਵੀ ਵੱਡੇ ਅਸੀਂ ਖੇਤ ਬਣਾਵਾਂਗੇ। ਔਰ ਜਦੋਂ ਕਿਉਂਕਿ ਇੱਕ ਦੁਨੀਆ ਦੇ ਵਿੱਚ ਇੱਕ ਮੀਟਿੰਗ ਹੋਈ ਸੀ ਪਿੱਛੇ ਜੇ, ਉਹਨਾਂ ਨੇ ਕਿਹਾ ਸੀ ਕਿ ਸਾਡੇ ਕੋਲ 850 ਅਰਬ ਲੋਕਾਂ ਨੂੰ ਨਹੀਂ ਸੀ ਜਾਂ 850 ਕਰੋੜ ਜਿਹੜਾ ਬੰਦਾ ਹੈਗਾ ਇਹਨੂੰ ਅਸੀਂ ਖਵਾ ਨਹੀਂ ਸਕਦੇ, ਇੰਨੀ ਲੋੜ ਨਹੀਂ ਸਾਨੂੰ, ਇਹ ਕਿਉਂਕਿ ਟੈਕਨੀਕ ਇੱਥੋਂ ਤੱਕ ਪਹੁੰਚ ਗਈ ਆ। ਉਹ ਇਹ ਚਾਹੁੰਦੇ ਆ ਕਿ ਸਾਡੇ ਕੋਲ ਸਿਰਫ 100 ਕਰੋੜ ਬੰਦੇ ਦੀ ਲੋੜ ਹੈ, 750 ਕਰੋੜ ਜਿਹੜਾ ਬੰਦਾ ਉਹਨੂੰ ਕਿਵੇਂ ਮਾਰਿਆ ਜਾਵੇ, ਧਰਤੀ ਤੋਂ ਕਿਵੇਂ ਅਲੋਪ ਕੀਤਾ ਜਾਵੇ, ਉਹ ਇਹਨਾਂ ਦੀ ਲਾਈਨ ਹੈ। ਪਰ ਉਹ ਲਾਈਨ ਆਖਰਕਾਰ ਇਹਨਾਂ ਦੇ ਵੀ ਐਂਟੀ ਜਾਊਗੀ। ਅੱਜ ਸਾਨੂੰ ਐਂ ਲੱਗਦਾ ਕਿ ਉਹ ਆਊਟ ਕਰ ਦੇਣਗੇ, ਪਰ ਆਖਰਕਾਰ ਇਹਨਾਂ ਦੀ ਹੀ ਆਊਟ ਜਾਊਗੀ ਕਿਉਂਕਿ ਦੁਨੀਆ ਦੀਆਂ ਜੋ ਅੱਜ ਰਿਪੋਰਟਸ ਦੱਸਦੀਆਂ ਕਿ ਇਹ ਇੰਨਾ ਕ੍ਰਾਈਸਿਸ ਆ ਚੁੱਕਾ, ਵਾਤਾਵਰਨ ਦਾ ਕ੍ਰਾਈਸਿਸ ਹੈ ਜਿਹਦੇ 'ਚ ਫਸਲਾਂ ਵੀ ਨਹੀਂ ਹੋਣਗੀਆਂ ਔਰ ਉਸ ਸਮੇਂ ਔਰ ਜਿਹੜਾ ਕਾਰਬਨ ਮਿਸ਼ਨ ਆ ਉਹ 450 ਦੇ ਨੇੜੇ ਤੇੜੇ ਪਹੁੰਚ ਗਿਆ। ਜਦੋਂ 450 ਬਣ ਗਿਆ ਤਾਂ ਇੱਥੇ ਜਿਹੜਾ ਟੈਂਪਰੇਚਰ ਉਹ ਰੇਜ਼ ਹੋ ਜਾਊਗਾ 2.5 ਡਿਗਰੀ ਰੇਜ਼ ਹੋਣ ਦਾ ਮਤਲਬ ਹੈ ਕਿ ਇੱਥੋਂ ਤਾਂ ਫਸਲਾਂ ਲੋਪ ਹੋ ਜਾਣਾ। ਜੇ ਲੋਪ ਹੋ ਗਿਆ ਤਾਂ ਫਿਰ ਉਹ ਬੰਦੇ ਵੀ ਆਪ ਹੀ ਮਰਦਾ ਕਿਨਾਰੇ ਜਾ, ਯਾਨੀ ਅੱਜ ਸਾਇੰਸਿਸਟ ਕਹਿੰਦੇ ਕਿ ਜ਼ਿਆਦਾਤਰ ਇਹ ਲੱਗਦਾ ਕਿ ਸ਼ਾਇਦ ਧਰਤੀ ਤੋਂ ਜੀਵਨ ਅਲੋਪ ਹੋ ਜਾਏ ਆਉਣ ਵਾਲੇ 25-30 ਸਾਲਾਂ 'ਚ। ਅਤੇ ਮੈਂ ਇੱਕ ਹੋਰ ਇਹ ਜਿਹੜਾ 3 ਬਿੱਲ ਆਏ ਨੇ ਇਹ ਸਾਰੇ ਹੀ ਕਹਿੰਦੇ ਵੀ ਕਿਸਾਨਾਂ ਦੇ ਮਾਰੂ ਨੇ। ਤੁਸੀਂ ਇਹ ਦੱਸੋ ਵੀ ਇਹ ਕਿਹੜੇ ਕਿਹੜੇ ਵਰਗਾਂ ਨੂੰ ਪ੍ਰਭਾਵਸ਼ਾਲੀ ਕਰਨ ਵਾਲੇ ਨੇ? ਇਹ ਕਹਿੰਦੇ ਵੀ ਕਿਸਾਨਾਂ ਨੂੰ ਇਹਦਾ ਨੁਕਸਾਨ ਹੋਊਗਾ, ਕਿਸਾਨਾਂ ਨੂੰ ਤਾਂ ਹੋਊਗਾ ਹੀ ਹੋਊਗਾ, ਇਹਦੇ ਨਾਲ ਹੋਰ ਵਰਗ ਜਿਹੜੇ ਨੇ ਵੀ ਉਹ ਕਿੱਥੋਂ ਤੱਕ ਇਹਦੇ ਲਈ ਮਤਲਬ ਇਹਦੀ ਮਾਰ ਹੇਠ ਆਉਣਗੇ? ਮੈਂ ਪਹਿਲਾਂ ਦੱਸ ਦਿੱਤਾ ਇਕੱਲੇ ਕਿਸਾਨੀ ਨਹੀਂ ਇਹਦੇ 'ਚ, ਇਕੱਲੀ ਕਿਸਾਨੀ ਇਹਦੇ ਸਾਰੇ ਵਰਗ ਹੀ ਆਉਣਗੇ, ਭਾਵੇਂ ਨੌਕਰੀ ਕਰਦਾ, ਭਾਵੇਂ ਵਪਾਰੀ ਹੈ, ਭਾਵੇਂ ਲੇਬਰ ਤਬਕਾ, ਇਹ ਸਾਰੇ ਵਰਗ ਹੀ ਆਉਣਗੇ ਕਿਉਂਕਿ ਜਦੋਂ ਖੇਤੀ ਹੈ, ਖੇਤੀ ਦੇ ਵਿੱਚ 100% ਲੋਕਾਂ ਨੂੰ ਰੁਜ਼ਗਾਰ ਮਿਲਦਾ। ਅੱਜ ਵੀ ਟੁੱਟਿਆ ਪੱਟਿਆ 52-53% ਅੱਜ ਵੀ ਇਹ ਆ ਰਹੀਆਂ ਰਿਪੋਰਟਾਂ 52% ਰੁਜ਼ਗਾਰ ਹੈ ਖੇਤੀ ਦੇ ਵਿੱਚ।
ਜੇ ਇਹਨੂੰ ਰੀਆਰਗੇਨਾਈਜ਼ ਕਰ ਦਿੱਤਾ ਜਾਏ ਕਿਸਾਨਾਂ ਦੇ ਥਰੂ, ਕੋਆਪਰੇਟਿਵ ਸਿਸਟਮ ਬਣ ਜਾਏ, ਖੇਤੀ ਨੂੰ ਵੱਧ ਸਾਰਿਆਂ ਨੂੰ ਬੰਦਿਆਂ ਨੂੰ ਰੁਜ਼ਗਾਰ ਦੇ ਸਕਦਾ ਔਰ ਪਿੰਡ 'ਚ ਵਧੀਆ ਰੁਜ਼ਗਾਰ ਹੋ ਸਕਦਾ। ਪਰ ਕਿਉਂਕਿ ਸਰਕਾਰਾਂ ਦਾ ਇੱਕੋ ਹੀ ਆ ਕਿ ਇਹਦੇ 'ਤੇ ਕਬਜ਼ਾ ਕਰਕੇ ਕੁਛ ਘਰਾਣਿਆਂ ਨੂੰ ਪ੍ਰੋਫਿਟ ਦੇਣਾ, ਔਰ ਉਹਦੇ 'ਚ ਜਿਹੜਾ ਸਾਡੀ ਸੈਂਟਰ ਸਰਕਾਰ ਅੱਜ ਵੀ ਹੈਗੀ ਆ, ਉਹਨੂੰ ਇੱਕੋ ਹੀ ਲੱਗਦਾ ਕਿ ਜੇ ਅਸੀਂ ਉਹਨਾਂ ਦੇ ਨਾਲ ਲੱਗ ਜਾਈਏ ਕਾਰਪੋਰੇਟ ਘਰਾਣਿਆਂ ਦੇ, ਸ਼ਾਇਦ ਸਾਡੀ ਸਰਕਾਰ ਚੱਲ ਸਕੇ। ਭਾਵੇਂ ਭੁਲੇਖੇ 'ਚੋਂ ਹੈਗੇ, ਕਿਉਂਕਿ ਲੋਕਾਂ ਲਈ ਲੋਕਤੰਤਰ ਦੀ ਜੋ ਗੱਲ ਕਰਦੇ ਆ, ਲੋਕਤੰਤਰ ਲੋਕਾਂ ਨੂੰ ਨਹੀਂ ਦੇਖਦੇ, ਉਹ ਕੁਛ ਕਾਰਪੋਰੇਟ ਘਰਾਣੇ ਦੇਖਦੇ ਆ, ਇਸ ਲਈ ਪ੍ਰਭਾਵਿਤ ਉਹਨਾਂ ਨਾਲ ਵੀ ਕਰੂਗਾ। ਇਹ ਨਹੀਂ ਕਿ ਉਹਨਾਂ ਨੂੰ ਪ੍ਰਭਾਵਿਤ ਨਹੀਂ ਕਰੂਗਾ, ਪਰ ਜ਼ਿਆਦਾਤਰ ਜਿਹੜੇ ਪਹਿਲਾਂ ਗਰੀਬ ਨੂੰ ਪ੍ਰਭਾਵਿਤ ਕਰੂਗਾ, ਕਿਸਾਨੀ ਤੱਕ, ਭਾਵੇਂ ਵੱਡੀ ਕਿਸਾਨੀ ਭਾਵੇਂ ਛੋਟੀ ਕਿਸਾਨੀ, ਸਭ ਨੂੰ ਪ੍ਰਭਾਵਿਤ ਕਰੂਗਾ। ਇਹ ਆਉਣ ਵਾਲੇ ਦਿਨਾਂ ਦੇ ਵਿੱਚ ਭੁਲੇਖਾ ਸਾਰਾ ਦੂਰ ਹੋ ਜਾਊਗਾ ਜੀ। ਤੇ ਇੱਕ ਇਹਦੇ ਨਾਲ ਮੈਂ ਹੋਰ ਸੁਣਨ ਲੱਗਾ ਵੀ ਜਿਹੜੇ ਇਹਦੇ ਆਪਾਂ ਜਿਵੇਂ ਹੁਣ ਮੌਜੂਦਾ ਹਾਲਾਤਾਂ ਨੂੰ ਦੇਖਿਆ ਜਾਵੇ, ਮੌਜੂਦਾ ਹਾਲਾਤਾਂ ਦੇ ਕੀ ਵੀ ਜਿਹੜੀਆਂ ਸਾਡੀਆਂ ਕਿਸਾਨ ਜਥੇਬੰਦੀਆਂ ਨੇ ਉਹ ਇਹਨਾਂ ਦੇ ਸੰਘਰਸ਼ ਦੇ ਵਿੱਚ ਲੱਗੀਆਂ ਨੇ। ਅੱਜ ਸਾਰਾ ਪੰਜਾਬ ਸੜਕਾਂ ਦੇ ਉੱਤੇ ਆ, ਸਾਰੇ 10 ਸਾਲ ਦੇ ਬੱਚੇ ਤੋਂ ਲੈ ਕੇ ਸਾਡਾ 90 ਸਾਲ ਦਾ ਬਜ਼ੁਰਗ ਉਹ ਸੜਕਾਂ ਦੇ ਉੱਤੇ ਬੈਠਾ। ਤੇ ਇਹਦੇ ਵਿੱਚੋਂ ਮਤਲਬ ਕੀ ਨਿਕਲ ਕੇ ਸਾਹਮਣੇ ਆਵੇ, ਤੁਸੀਂ ਇਹਦਾ ਹੱਲ ਦੇਖਦੇ ਹੋ? ਕਿਉਂਕਿ ਸਾਰਾ ਹੀ ਜਿਹੜਾ ਵਰਲਡ ਹੈ, ਇੰਟਰਨੈਸ਼ਨਲ ਵੀ ਜਿਹੜੇ ਸਾਡੇ ਭਰਾ ਨੇ ਜਾਂ ਹੋਰ ਨੇ, ਉਹ ਉੱਥੇ ਆਵਾਜ਼ ਉੱਠਣੀ ਸ਼ੁਰੂ ਹੋ ਗਈ। ਤੇ ਇੱਕ ਇਹਦੇ ਨਾਲ ਇਹ ਵੀ ਜਿਹੜਾ ਇੰਟਰਨੈਸ਼ਨਲ ਮੀਡੀਆ ਉਹ ਜਿਹੜੀ ਕਿਸਾਨਾਂ ਦੀ ਗੱਲ ਹੈ ਉਹ ਨਹੀਂ ਕਰ ਰਿਹਾ। ਤੇ ਇਹਦੇ ਵਿੱਚੋਂ ਕੀ ਹੱਲ ਨਿਕਲੇਗਾ ਵੀ ਇਹਨੂੰ ਪੂਰੇ ਵਰਤਾਰੇ ਨੂੰ ਜੇ ਤੁਸੀਂ ਹੱਲ ਕੱਢਣਾ ਹੋਵੇ ਤੇ ਤੁਸੀਂ ਸਾਡੇ ਦਰਸ਼ਕਾਂ ਨੂੰ ਕੀ ਦੱਸੋਗੇ ਵੀ ਇਹਦਾ ਹੱਲ ਕੀ ਹੈ? ਇੱਕ ਤਾਂ ਹੈਗਾ ਕਿ ਜਿਹੜੀ ਪ੍ਰੈਸ ਅੱਜ ਦੀ ਉਹ ਸਾਰੀ ਕਾਰਪੋਰੇਟ ਘਰਾਣਿਆਂ ਦੀ ਉਹ ਨਾਲ ਜੁੜੀ ਹੋਈ ਹੈ, ਪਹਿਲੀ ਗੱਲ ਤਾਂ ਇਸ ਕਰਕੇ ਕਿਸਾਨਾਂ ਦੀ ਜੀ। ਦੂਸਰਾ ਕਿਸਾਨਾਂ ਜਾਣ ਕਿਸਾਨ ਕਿੱਧਰ, ਜੇ ਆਪਾਂ ਇਹ ਕਹੀਏ ਕਿ ਜਿਹੜੀ ਛੋਟੀ ਜਿਹੀ ਲੜਾਈ ਹੈ 3 ਬਿੱਲ ਵਾਪਸ ਹੋ ਜੂ ਖਤਮ ਹੋ ਜੂਗੀ, ਇੱਥੇ ਹੋਣ ਵਾਲੀ ਨਹੀਂ ਹੈਗੀ। ਕਿਉਂਕਿ ਜਦੋਂ ਤੱਕ ਸਿਸਟਮ ਨਹੀਂ ਚੇਂਜ ਕਰੋਗੇ ਉਦੋਂ ਤੱਕ ਇਹਦਾ ਹੱਲ ਨਹੀਂ ਹੋਣਾ। ਸਿਸਟਮ ਚੇਂਜ ਕੀ ਆ, ਕਿਸਾਨੀ ਹਰ ਚੀਜ਼ ਦਾ ਬਾਈਕਾਟ ਕਰੇ ਜਿਹੜਾ ਕਾਰਪੋਰੇਟ ਘਰਾਣੇ ਤੋਂ ਦਾ। ਸਭ ਤੋਂ ਪਹਿਲਾਂ ਸਾਨੂੰ ਕੁਦਰਤੀ ਖੇਤੀ ਵੱਲ ਵਧਣਾ ਪਊਗਾ, ਕਿਉਂਕਿ ਕੁਦਰਤੀ ਖੇਤੀ ਸਾਡੀ ਜਾਨ ਹੈ, ਔਰ ਉਹਦੇ ਵਿੱਚ ਸਾਨੂੰ ਨਵੇਂ ਮੈਥਡ ਲੈ ਕੇ ਆਉਣੇ ਪੈਣਗੇ। ਜਿਵੇਂ ਅਸੀਂ ਕੋਆਪਰੇਟਿਵ ਸਿਸਟਮ ਲਿਆ ਸਕਦੇ ਹਾਂ, ਔਰ ਉਹਦੇ 'ਚ ਕੋਆਪਰੇਟਿਵ ਸਿਸਟਮ ਦੇ ਨਾਲ ਦੀ ਨਾਲ ਇਹੋ ਜਿਹੇ ਪ੍ਰੋਸੈਸਿੰਗ ਯੂਨਿਟ ਲਾ ਸਕਦੇ ਹਾਂ, ਐਗਰੀਕਲਚਰ ਪ੍ਰੋਸੈਸਿੰਗ ਯੂਨਿਟ ਲਾ ਸਕਦੇ ਹਾਂ, ਜਿਹਦੇ ਨਾਲ ਸਾਰੇ ਪਿੰਡ ਨੂੰ ਔਰ ਸਾਰਿਆਂ ਨੂੰ ਰੁਜ਼ਗਾਰ ਮਿਲੇ। ਤੇ ਇੱਕ ਜਿਵੇਂ ਅੱਗੇ ਆਪਾਂ ਕਹਿੰਦੇ ਵੀ ਕਿਸਾਨੀ ਬਹੁਤ ਪ੍ਰਫੁੱਲਤ ਹੋ ਗਈ, ਕਿਸਾਨੀ ਦੇ ਬਹੁਤ ਲਾਭ, ਗ੍ਰੀਨ ਰੈਗੂਲੇਸ਼ਨ ਆਇਆ ਸੀ, ਉਹਨੂੰ ਤੁਸੀਂ ਇੱਕ ਥੋੜ੍ਹਾ ਜਿਹਾ ਮੇਰੇ ਦਰਸ਼ਕਾਂ ਨੂੰ ਦੱਸੋ ਵੀ ਜਿਹੜੀ ਇਹ ਅਸਲ ਦੇ ਵਿੱਚ ਅਸੀਂ ਇੰਨੀ ਡੂੰਘਾਈ ਦੇ ਵਿੱਚ ਅੱਜ ਅਸੀਂ ਇਸ ਕਗਾਰ 'ਤੇ ਖੜ੍ਹੇ ਹਾਂ ਵੀ ਸਾਡਾ ਇੱਥੋਂ ਨਿਕਲਣਾ ਮੁਸ਼ਕਲ ਹੈ, ਕਿਉਂਕਿ ਅੱਜ ਦੀ ਸਥਿਤੀ ਬਹੁਤ ਨਾਜ਼ੁਕ ਬਣ ਚੁੱਕੀ ਹੈ। ਅੱਗੇ ਸਾਨੂੰ ਗ੍ਰੀਨ ਰੈਗੂਲੇਸ਼ਨ ਵੀ ਆਇਆ, ਤੇ ਉਹ ਕੀ ਸੀ? ਗ੍ਰੀਨ ਰੈਗੂਲੇਸ਼ਨ ਕੀ ਸੀ? ਦੇਖੋ, ਗ੍ਰੀਨ ਰੈਗੂਲੇਸ਼ਨ ਜਿਹੜਾ ਆਇਆ ਸੀਗਾ ਕਿਸਾਨੀ ਨੂੰ ਬੜਾ ਪ੍ਰੋਫਿਟ ਹੋਣ ਵਾਲਾ ਨਹੀਂ ਸੀ। ਉਸ ਸਮੇਂ ਐਂ ਲੱਗਦਾ ਸੀ ਜਦੋਂ ਉਦੋਂ ਦੇ ਜਿਹੜੇ ਰਾਜ ਸੈਕਟਰ ਦੇ ਜੇ ਲੋਕ ਸੀਗੇ ਜਾਂ ਉਹਨਾਂ ਦੇ ਇੰਪਲਾਈ ਸੀ, ਉਹਨਾਂ ਨੇ ਕਿਸਾਨ ਨੂੰ ਐਂ ਜਤਾਤਾ ਕਿ ਜੇ ਗ੍ਰੀਨ ਰੈਵੋਲੂਸ਼ਨ ਆ ਜਾਊਗਾ ਤੇ ਤੁਹਾਡਾ ਪਾਰ ਤਰਾ ਹੋ ਜਾਊਗਾ। ਕਿਸਾਨ ਨੂੰ ਐਂ ਲੱਗਾ, ਕਿਉਂਕਿ ਜਦੋਂ ਉਪਜ ਹੋਣ ਲੱਗੀ, ਉਪਜ ਇੱਕਦਮ ਉਹਨਾਂ ਨੇ ਵਧਾਈ, ਪਰ ਉਹਨੇ ਗ੍ਰੀਨ ਰੈਵੋਲੂਸ਼ਨ ਨੇ ਜਿੱਥੇ ਸਾਡੀਆਂ ਸਿਹਤ ਵੀ ਖਰਾਬ ਕੀਤੀਆਂ, ਕਿਸਾਨ ਨੂੰ ਕਰਜ਼ਾਈ ਕੀਤਾ, ਨਾਲ ਦੀ ਨਾਲ ਸਾਡੀ ਧਰਤੀ ਮਾਂ ਦੀ ਸਿਹਤ ਨੂੰ ਵੀ ਖਰਾਬ ਕੀਤਾ। ਔਰ ਉਹਦੇ ਨਾਲ ਸਾਡੇ ਜੋ ਬਹੁਤ ਸਾਰੇ ਪੰਛੀ ਜਿਹੜੇ ਲੋਪ ਹੋਣ ਲੱਗ ਪਏ, ਜਾਣ ਲੱਗ ਪਏ, ਜਿਹੜੇ ਸਾਡੇ ਮਿੱਤਰ ਸੀ ਸਾਡੇ ਕਿਸਾਨੀ ਦੇ, ਜਦ ਤੱਕ ਅਸੀਂ ਉਹਨੂੰ ਵਾਪਸ ਨਹੀਂ ਲਵਾਂਗੇ ਖੇਤੀ ਸ਼ਾਇਦ ਇੱਥੋਂ ਲੋਪ ਹੋ ਜਾਵੇ ਜਲਦੀ ਕਿਤੇ। ਤੇ ਮੈਂ ਹੁਣ ਅਖੀਰ ਦੇ ਵਿੱਚ ਇੱਕ ਤੁਸੀਂ ਸਾਡੇ ਦਰਸ਼ਕਾਂ ਨੂੰ ਇਹਦਾ ਪੂਰੇ ਵਰਤਾਰੇ ਨੂੰ, ਦਰਸ਼ਕਾਂ ਨੂੰ ਸਾਡਿਆਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਤੁਸੀਂ? ਮੈਸੇਜ ਮੈਂ ਇਹ ਦੇਣਾ ਚਾਹੁੰਦਾ ਕਿ ਹਰ ਜਿਹੜੇ ਲੋਕ ਹੈਗੇ ਆ, ਸਾਨੂੰ ਇਹ ਬਿੱਲ ਨੂੰ ਸਮਝਣਾ ਚਾਹੀਦਾ, ਔਰ ਬਿੱਲ ਨੂੰ ਸਮਝਦਿਆਂ ਸਾਨੂੰ ਇਹਦਾ ਪੂਰੀ ਤਰ੍ਹਾਂ ਕਿਸਾਨਾਂ ਦੀ ਮਦਦ ਵਾਸਤੇ ਪਲੱਸ ਪਿੰਡੂਆਂ ਦੀ ਜਾਂ ਸ਼ਹਿਰਾਂ ਦੀ ਵਿਵਸਥਾ ਕਰਨਾ ਚਾਹੀਦਾ, ਔਰ ਪਲੱਸ ਐਨਵਾਇਰਨਮੈਂਟ ਜਿਹੜਾ ਸਾਨੂੰ ਬਹੁਤ ਜ਼ਰੂਰੀ ਹੈ, ਕਿਉਂਕਿ ਜਿੱਥੇ ਸਾਡੇ ਵਾਸਤੇ ਐਨਵਾਇਰਨਮੈਂਟ ਜ਼ਰੂਰੀ ਆ, ਉੱਥੇ ਖੇਤੀ ਵਾਸਤੇ ਵੀ ਐਨਵਾਇਰਨਮੈਂਟ ਜ਼ਰੂਰੀ ਹੈ। ਉਹਦੇ ਵਾਸਤੇ ਕੰਮ ਕਰਨਾ, ਉਹਦੇ ਵਾਸਤੇ ਕੰਮ ਕਰਨ। ਦੇਖੋ ਅੱਜ ਜਿਹੜਾ ਸਿਸਟਮ ਹੈਗਾ, ਜੰਗਲ ਕੱਟੇ ਜਾ ਰਹੇ ਆ ਬਹੁਤ ਵੱਡੀ ਪੱਧਰ 'ਤੇ। ਜਿਹੜੀ ਆਕਸੀਜਨ ਹੈ ਉਹ 40% ਐਮਾਜ਼ੋਨ ਦੇ ਜੰਗਲਾਂ ਤੋਂ ਆਉਂਦੀ ਸਾਨੂੰ, ਔਰ ਉਹ ਜਿਹੜੀ ਜਦੋਂ ਕੱਟੇ ਜਾਣਗੇ ਜਾਂ ਉਹਨਾਂ ਨੂੰ ਅੱਗ ਲਾਈ ਜਾਂਦੀ ਉੱਥੇ ਸਰਕਾਰਾਂ, ਕਿਉਂਕਿ ਪੈਸਾ ਪ੍ਰਦਾਨ ਕਰਕੇ, ਔਰ ਜਦੋਂ ਉਹ ਲਾਈਫ ਖਤਮ ਹੋ ਗਏ ਸਾਡੀ ਲਾਈਫ ਖਤਮ ਹੋ ਜੂਗੀ। ਇਸ ਕਰਕੇ ਸਾਨੂੰ ਆਪਣੀ ਲਾਈਫ ਬਣਾਉਣ ਵਾਸਤੇ ਇਸ ਵਾਰ ਅਸੀਂ ਇੱਧਰ ਜਾਣਾ ਪਊਗਾ। ਤੀਸਰੀ ਇੱਕ ਹੋਰ ਹੈਗਾ ਕਿ ਅੱਜ ਦੇ ਜਿਹੜੇ ਵਿਗਿਆਨੀ ਹੈ, ਖਾਸ ਕਰਕੇ ਸਾਡੇ ਹਿੰਦੁਸਤਾਨ ਦੇ ਸਾਗਰ ਧਾਰਾ ਵਿਗਿਆਨੀ, ਉਹ ਇਹ ਕਹਿ ਰਹੇ ਆ ਕਿ ਖੇਤੀ ਜਿਹੜੀ ਆ ਉਹ 1,20,000 ਕਰੋੜ ਰੁਪਏ ਦੀ ਕਾਰਬਨ ਜਿਹੜੀ ਕਾਰਖਾਨਿਆਂ ਨਾਲੋਂ ਪੈਦਾ ਹੁੰਦੀ ਆ, ਉਹ ਖਤਮ ਕਰ ਦਿੰਦੀ ਆ, ਉਹਨੂੰ ਆਕਸੀਜਨ 'ਚ ਕਨਵਰਟ ਕਰ ਦਿੰਦੀ ਆ। ਉਹ ਕਹਿੰਦਾ ਕਿ ਜਿਹੜੇ ਉਹ ਪੈਸੇ ਆ ਉਹ ਕਾਰਖਾਨਿਆਂ ਤੋਂ ਲੈ ਕੇ ਕਿਸਾਨਾਂ ਨੂੰ ਦੇਣੇ ਚਾਹੀਦੇ ਆ, ਔਰ ਉਹਨਾਂ ਦਾ ਹੱਕ ਵੀ ਬਣਦਾ। ਉਸ 'ਤੇ ਵੀ ਸਾਨੂੰ ਇਹ ਸਮਝਣਾ ਚਾਹੀਦਾ ਕਿ ਜਿਹੜੇ ਕਾਰਖਾਨਿਆਂ ਦੇ ਤੋਂ ਜਿਹੜੀ ਉਹਨਾਂ ਨੂੰ ਸਰਕਾਰ ਪੈਸੇ ਆ, ਕਿਸਾਨਾਂ ਨੂੰ ਹੈਲਪ ਦੇਣੀ ਚਾਹੀਦੀ। ਉਹ ਹੈਲਪ ਨਹੀਂ ਕਹਿ ਸਕਦੇ, ਉਹਨਾਂ ਦਾ ਖਰਚਾ ਜਿਹੜਾ ਪੈਸਾ ਹੈਗਾ ਉਹਨਾਂ ਨੂੰ ਵਾਪਸ ਕਰਨਾ ਚਾਹੀਦਾ। ਸੋ ਸਾਡੇ ਜਿਹੜੇ ਸਾਰੇ ਦਰਸ਼ਕ ਦੇਖ ਰਹੇ ਨੇ, ਅੱਜ ਕੁਝ ਕੁ ਗੱਲਾਂ ਤੇ ਅਸੀਂ ਡਿਸਕਸ ਕੀਤੀ। ਆਉਣ ਵਾਲੇ ਸਮੇਂ ਦੇ ਵਿੱਚ ਵੀ ਤੁਹਾਨੂੰ ਇਸ ਵਿਸ਼ੇ ਦੇ ਨਾਲ ਬਾਬਤ ਤੁਹਾਨੂੰ ਬਹੁਤ ਹੀ ਅੱਛੀ ਜਿਹੜੀ ਜਾਣਕਾਰੀ ਹੈ ਤੁਹਾਡੇ ਜਾਣਕਾਰੀ ਦਿੱਤੀ ਜਾਊਗੀ। ਤੇ ਇਸੇ ਤਰ੍ਹਾਂ ਤੁਸੀਂ ਸਾਨੂੰ ਕੋਈ ਸੁਝਾਅ ਦੇਣਾ ਚਾਹੁੰਦੇ ਹੋ, ਸਾਡਾ ਅਫੀਸ਼ੀਅਲ ਨੰਬਰ ਹੈ 9914406740 ਤੇ ਤੁਸੀਂ ਸਾਨੂੰ ਆਪਣਾ ਸੁਝਾਅ ਵੀ ਦੇ ਸਕਦੇ ਹੋ।
ਤੇ ਸਾਡਾ ਜਿਹੜਾ ਨਿਰਪੱਖ ਪੋਸਟ ਪੇਜ ਹੈ ਉਹਨੂੰ ਵੀ ਲਾਈਕ ਕਰ ਸਕਦੇ ਹੋ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਤੁਹਾਨੂੰ ਮਿਲਦੇ ਰਹਾਂਗੇ। ਸਾਰੇ ਵੀਰਾਂ ਨੂੰ, ਨਿਰਪੱਖ ਪੋਸਟ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਜਾਨੀ ਸੁਖਦੀਪ ਸਿੰਘ ਗਿੱਲ ਵੱਲੋਂ ਪਿਆਰ ਭਰੀ ਤੇ ਨਿੱਘੀ ਸਤਿ ਸ਼੍ਰੀ ਅਕਾਲ। ਪੰਜਾਬ ਅਤੇ ਪੰਜਾਬੀਅਤ ਨਾਲ ਜੁੜਿਆ ਹਰ ਮੁੱਦਾ, ਹਰ ਖਬਰ ਨਿਰਪੱਖ ਤਰੀਕੇ ਨਾਲ ਤੁਹਾਡੇ ਤੱਕ ਪਹੁੰਚਣ ਦੀ ਕੋਸ਼ਿਸ਼ ਵਿੱਚ ਤੁਸੀਂ ਵੀ ਦੇਵੋ ਸਾਡਾ ਸਾਥ। ਤਾਂ ਹੁਣੇ ਲਾਈਕ ਕਰੋ ਸਾਡਾ ਫੇਸਬੁੱਕ ਪੇਜ, ਸਬਸਕ੍ਰਾਈਬ ਕਰੋ YouTube ਤੇ ਅਤੇ ਫੋਲੋ ਕਰੋ ਇੰਸਟਾ ਅਤੇ ਟਵਿੱਟਰ ਤੇ ਨਿਰਪੱਖ ਪੋਸਟ, ਖਬਰ ਦੀ ਨਿਰਪੱਖ ਆਵਾਜ਼। ਵਿਜ਼ਿਟ ਕਰੋ www.nirpakhpost.com।